हाँ जी ਵੈਲਕਮ ਤੁਹਾਡਾ ਸਾਰਿਆਂ ਦਾ ਪੰਜਾਬ ਮੈਂਟੋਰ YouTube ਚੈਨਲ ਤੇ। ਸੋ ਜਿਸ ਤਰ੍ਹਾਂ ਆਪਾਂ ਤੁਹਾਨੂੰ ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਰਿਕਰੂਟਮੈਂਟ 2021 ਐਗਜ਼ਾਮ ਲਈ ਮੌਕ ਟੈਸਟ ਪ੍ਰੋਵਾਈਡ ਕਰ ਰਹੇ ਹਾਂ। ਸੋ ਅੱਜ ਆਪਾਂ ਕਰੰਟ ਅਫੇਅਰ ਦੀ ਕਲਾਸ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ। ਕਰੰਟ ਅਫੇਅਰ ਦੇ ਮੋਸਟ ਇੰਪੋਰਟੈਂਟ MCQ। ਸੋ ਆਪਾਂ ਇਹ ਮਈ ਮੰਥ ਦੇ MCQ ਤੁਹਾਡੇ ਨਾਲ ਡਿਸਕਸ਼ਨ ਕਰ ਰਹੇ ਹਾਂ। ਸੋ ਜਿੰਨੀਆਂ ਵੀ ਕਲਾਸਿਸ ਹਨ ਜ਼ਰੂਰ ਅਟੈਂਡ ਕਰਨਾ। ਸਾਰੀਆਂ ਦੇ ਸਾਰੀਆਂ ਕਲਾਸਿਸ ਤੁਹਾਡੇ ਐਗਜ਼ਾਮ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹਨ। ਇਸ ਤੋਂ ਪਹਿਲਾਂ ਜਿੰਨੀਆਂ ਵੀ ਕਲਾਸਿਸ ਹੋਈਆਂ ਹਨ ਉਹਨਾਂ ਦੀ ਪਲੇਲਿਸਟ ਵੀ ਬਣ ਚੁੱਕੀ ਹੈ। ਸੋ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਪਲੇਲਿਸਟ ਤੇ ਵਿਜ਼ਿਟ ਕਰਕੇ ਸਾਰੀਆਂ ਕਲਾਸਿਸ ਜ਼ਰੂਰ ਅਟੈਂਡ ਕਰ ਸਕਦੇ ਹੋ। ਸੋ ਜਿਹੜੀਆਂ ਕਲਾਸਿਸ ਸ਼ੁਰੂ ਕੀਤੀਆਂ ਹੋਈਆਂ ਹਨ ਇਹ ਸਪੈਸ਼ਲ NTT 8393 ਪੋਸਟਾਂ ਐਗਜ਼ਾਮ ਲਈ ਹਨ। ਜੇਕਰ ਤੁਸੀਂ ਪੰਜਾਬ ਮੈਂਟੋਰ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ ਐਂਡ ਫਰੈਂਡ ਸਰਕਲ ਐਂਡ ਰਿਲੇਟਿਵ ਸਰਕਲ ਵਿੱਚ ਸ਼ੇਅਰ ਜ਼ਰੂਰ ਕਰ ਦਿਓ। ਸੋ ਅੱਜ ਦੇ ਜਿੰਨੇ ਵੀ ਆਪਾਂ 15 ਇੰਪੋਰਟੈਂਟ ਪ੍ਰਸ਼ਨ ਲਏ ਹਨ ਤੁਹਾਡੇ ਲਈ ਸਾਰੇ ਦੇ ਸਾਰੇ ਇੰਪੋਰਟੈਂਟ ਹਨ। ਐਂਡ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਕਰੰਟ ਅਫੇਅਰ ਦੀ ਵੇਟੇਜ ਐਗਜ਼ਾਮ ਦੇ ਵਿੱਚ ਜ਼ਿਆਦਾ ਰਹਿੰਦੀ ਹੈਗੀ, ਠੀਕ ਹੈ। ਸੋ ਇਸ ਲਈ ਆਪਾਂ ਕਰੰਟ ਅਫੇਅਰ ਸਟਾਰਟ ਕਰ ਦਿੱਤੇ ਹਨ। ਸੋ ਪ੍ਰਸ਼ਨ ਨੰਬਰ 1 ਹੈ ਜੀ, ਕਿਸ ਦੇਸ਼ ਵਿੱਚ ਦੁਨੀਆ ਦਾ ਸਭ ਤੋਂ ਲੰਬਾ ਪੈਦਲ ਯਾਤਰੀ ਪੁਲ ਖੋਲ੍ਹਿਆ ਗਿਆ ਹੈ? ਸੋ ਇਹ ਇੰਪੋਰਟੈਂਟ ਪ੍ਰਸ਼ਨ ਹੈਗਾ ਜੀ ਕਿਉਂਕਿ ਇਹ ਦੁਨੀਆ ਦਾ ਸਭ ਤੋਂ ਲੰਮਾ ਹੈ, ਠੀਕ ਹੈ। ਕਿਉਂਕਿ ਦੁਨੀਆ ਦਾ ਸਭ ਤੋਂ ਲੰਮਾ ਪੈਦਲ ਯਾਤਰੀ ਪੁਲ ਖੋਲ੍ਹਿਆ ਗਿਆ ਹੈ। ਚਲੋ ਜੋ ਤੁਹਾਨੂੰ ਪਤਾ ਹੈ ਜੇਕਰ ਤਾਂ ਆਨਸਰ ਦਿਓ ਜੀ ਲਾਈਵ ਚੈਟ ਵਿੱਚ। ਰੂਸ ਵਿੱਚ, ਚੀਨ ਵਿੱਚ, ਪੁਰਤਗਾਲ ਵਿੱਚ ਜਾਂ ਫਿਰ ਕੋਈ ਨਹੀਂ। ਸੋ ਜਿਹੜਾ ਇਸ ਦਾ ਰਾਈਟ ਆਨਸਰ ਹੈਗਾ ਜੀ ਉਹ ਹੈ ਜੀ ਪੁਰਤਗਾਲ ਵਿੱਚ, ਠੀਕ ਹੈ। ਆਪਸ਼ਨ ਨੰਬਰ C ਬਿਲਕੁਲ ਰਾਈਟ ਆਨਸਰ ਹੈਗਾ ਜੀ। ਪੁਰਤਗਾਲ ਵਿੱਚ ਜਿਹੜਾ ਦੁਨੀਆ ਦਾ ਸਭ ਤੋਂ ਲੰਬਾ ਪੈਦਲ ਯਾਤਰੀ ਪੁਲ ਖੋਲ੍ਹਿਆ ਗਿਆ ਹੈ। ਸੋ ਗੱਲ ਹੁਣ ਜਿਹੜਾ ਇਹ ਪੁਲ ਖੋਲ੍ਹਿਆ ਗਿਆ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਜਿਹੜਾ ਇਹ ਪੁਲ ਹੈਗਾ ਇਹ ਕਿੰਨਾ ਲੰਮਾ ਹੈ, ਠੀਕ ਹੈ ਜੀ। ਇਹ ਲੰਮਾ ਹੈ ਜੀ 516 ਮੀਟਰ, ਮਤਲਬ ਅੱਧਾ ਕਿਲੋਮੀਟਰ ਤੋਂ ਜ਼ਿਆਦਾ, ਠੀਕ ਹੈ। 516 ਮੀਟਰ ਇਹ ਪੁਲ ਜਿਹੜਾ ਲੰਮਾ ਹੈ, ਠੀਕ ਹੈ। ਇਸ ਦੀ ਜਿਹੜੀ ਉਚਾਈ ਹੈ, ਠੀਕ ਹੈ, ਇਸ ਦੀ ਜਿਹੜੀ ਉਚਾਈ ਹੈ ਉਹ ਹੈ ਜੀ 175 ਮੀਟਰ ਉੱਚਾ ਹੈ, ਠੀਕ ਹੈ। 175 ਮੀਟਰ ਉੱਚਾ ਹੈ, 516 ਮੀਟਰ ਲੰਬਾ ਹੈ। ਦੁਨੀਆ ਦਾ ਸਭ ਤੋਂ ਲੰਮਾ ਪੈਦਲ ਯਾਤਰੀ ਪੁਲ ਪੁਰਤਗਾਲ ਦੇ ਵਿੱਚ ਖੋਲ੍ਹਿਆ ਗਿਆ ਹੈ, ਠੀਕ ਹੈ। ਸੋ ਹੁਣ ਗੱਲ ਪੁਰਤਗਾਲ ਦੀ ਹੋ ਰਹੀ ਹੈ। ਸੋ ਪੁਰਤਗਾਲ ਦੀ ਤੁਹਾਨੂੰ ਕੈਪੀਟਲ ਪਤਾ ਹੋਣੀ ਚਾਹੀਦੀ। ਪੁਰਤਗਾਲ ਦੀ ਕੈਪੀਟਲ ਹੈ ਜੀ ਲਿਸਬਨ। ਪੁਰਤਗਾਲ ਦੀ ਕੈਪੀਟਲ ਕੀ ਹੈ ਜੀ? ਲਿਸਬਨ, ਠੀਕ ਹੈ ਜੀ। ਪੁਰਤਗਾਲ ਦੀ ਜਿਹੜੀ ਕਰੰਸੀ ਹੈਗੀ ਉਹ ਹੈ ਜੀ ਯੂਰੋ। ਇੱਥੋਂ ਦੀ ਕਰੰਸੀ ਕੀ ਹੈ ਜੀ? ਕਰੰਸੀ ਹੈ ਜੀ ਯੂਰੋ, ਠੀਕ ਹੈ। ਇਸ ਤੋਂ ਇਲਾਵਾ ਇੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਹਨ, ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ ਕੌਣ ਹਨ ਜੀ? ਉਹ ਹਨ ਜੀ ਐਂਟੋਨੀਓ ਕੋਸਟਾ, ਠੀਕ ਹੈ। ਐਂਟੋਨੀਓ ਕੋਸਟਾ ਇੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਹਨ, ਠੀਕ ਹੈ ਜੀ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਦੁਨੀਆ ਦਾ ਮਹਾਨ ਫੁੱਟਬਾਲਰ ਕ੍ਰਿਸਚਨ ਰੋਨਾਲਡੋ, ਕ੍ਰਿਸਚਨ ਰੋਨਾਲਡੋ ਇਹ ਵੀ ਪੁਰਤਗਾਲ ਨੂੰ ਬਿਲੋਂਗ ਕਰਦੇ ਹਨ, ਠੀਕ ਹੈ ਜੀ। ਇਸ ਤੋਂ ਇਲਾਵਾ ਭਾਰਤ ਦੀ ਖੋਜ ਕਰਨ ਵਾਲਾ ਵਾਸਕੋ ਡੀ ਗਾਮਾ, ਭਾਰਤ ਦੀ ਖੋਜ ਕਰਨ ਵਾਲਾ ਵਾਸਕੋ ਡੀ ਗਾਮਾ ਇਹ ਵੀ ਪੁਰਤਗਾਲ ਦਾ ਸੀ, ਠੀਕ ਹੈ ਜੀ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਇਸ ਦੇਸ਼ ਵਿੱਚ ਜਿਹੜੀ ਟੈਮਜ਼, ਠੀਕ ਹੈ, ਟੈਮਜ਼ ਨਾਂ ਦੀ ਜਿਹੜੀ ਰਿਵਰ ਹੈਗੀ ਸਭ ਤੋਂ ਲੰਮੀ ਰਿਵਰ ਹੈਗੀ। ਟੈਮਜ਼ ਨਾਂ ਦੀ ਜਿਹੜੀ ਰਿਵਰ ਹੈ ਉਹ ਸਭ ਤੋਂ ਲੰਮੀ ਰਿਵਰ ਹੈ, ਠੀਕ ਹੈ। ਸੋ ਇੰਪੋਰਟੈਂਟ ਸਾਰੇ ਫੈਕਟਸ ਤੁਹਾਡੇ ਯਾਦ ਹੋਣੇ ਚਾਹੀਦੇ ਨੇ। ਇਸ ਨਾਲ ਤੁਹਾਡੀ ਜਿਹੜੀ GK ਵੀ ਇੰਪਰੂਵ ਹੋਵੇਗੀ। ਪ੍ਰਸ਼ਨ ਨੰਬਰ 2 ਹੈ ਜੀ, ਪ੍ਰਸ਼ਨ ਨੰਬਰ 2 ਵਿੱਚ ਗਿਵਨ ਹੈ ਕਿਸ ਦੇਸ਼ ਨੇ ਚੀਨ ਨਾਲ ਆਤਮ ਨਿਰਭਰਤਾ ਘਟਾਉਣ ਦੇ ਲਈ ਜਾਪਾਨ ਅਤੇ ਆਸਟ੍ਰੇਲੀਆ ਨਾਲ ਸਕਰਾਈ ਪਹਿਲ ਸ਼ੁਰੂਆਤ ਜਿਹੜੀ ਸ਼ੁਰੂ ਕੀਤੀ ਹੈ, ਠੀਕ ਹੈ। ਇਹ ਕਿਸ ਦੇਸ਼ ਨੇ ਸ਼ੁਰੂ ਕੀਤੀ ਹੈ ਸਕਰਾਈ ਪਹਿਲ ਚੀਨ ਨਾਲ ਆਤਮ ਨਿਰਭਰਤਾ ਘਟਾਉਣ ਲਈ? ਭਾਰਤ ਨੇ, ਪਾਕਿਸਤਾਨ ਨੇ, ਸ਼੍ਰੀਲੰਕਾ ਨੇ ਜਾਂ ਫਿਰ ਕੋਈ ਨਹੀਂ। ਸੋ ਇਸ ਦਾ ਰਾਈਟ ਆਨਸਰ ਹੈ ਜੀ ਆਪਣੇ ਦੇਸ਼ ਭਾਰਤ ਨੇ, ਠੀਕ ਹੈ। ਇੰਡੀਆ ਨੇ ਜਿਹੜੀ ਚੀਨ ਤੇ ਜਿਹੜੀ ਆਪਣੀ ਆਤਮ ਨਿਰਭਰਤਾ ਘਟਾਉਣ ਲਈ ਸਕਰਾਈ ਪਹਿਲ ਸ਼ੁਰੂ ਕੀਤੀ ਹੈ, ਠੀਕ ਹੈ ਜੀ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਸਕਰਾਈ ਜਿਹੜੀ ਪਹਿਲ ਹੈ ਇਸ ਦੀ ਫੁੱਲ ਫਾਰਮ ਹੈ ਜੀ ਸਪਲਾਈ ਚੈਨ ਰੈਜ਼ੀਲੈਂਸ ਇਨੀਸ਼ੀਏਟਿਵ, ਠੀਕ ਹੈ, ਇਨੀਸ਼ੀਏਟਿਵ, ਠੀਕ ਹੈ। ਸੋ ਇਹ ਜਿਹੜਾ ਇੰਡੀਆ ਦੇ ਦੁਆਰਾ ਜਿਹੜੀ ਇਸ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ, ਠੀਕ ਹੈ। ਇਸ ਪਹਿਲ ਦੇ ਨਾਲ ਜਿਹੜਾ ਜਾਪਾਨ, ਆਸਟ੍ਰੇਲੀਆ, ਭਾਰਤ ਦੇ ਵਿੱਚ ਆਪਸੀ ਜਿਹੜਾ ਟ੍ਰੇਡ ਵਧੇਗਾ, ਠੀਕ ਹੈ, ਆਪਸੀ ਜਿਹੜੀ ਸਾਂਝ ਵੀ ਵਧੇਗੀ, ਠੀਕ ਹੈ ਜੀ। ਇਸ ਤੋਂ ਇਲਾਵਾ ਤੁਹਾਨੂੰ ਕੁਝ ਇੰਪੋਰਟੈਂਟ ਫੈਕਟਸ ਪਤਾ ਹੋਣੇ ਚਾਹੀਦੇ ਹਨ, ਠੀਕ ਹੈ। ਕੁਝ ਇੰਪੋਰਟੈਂਟ ਸਟੈਟਿਕ GK ਦੇ ਫੈਕਟਸ ਵੀ ਪਤਾ ਹੋਣੇ ਚਾਹੀਦੇ ਨੇ ਜੋ ਆਪਾਂ ਤੁਹਾਡੇ ਨਾਲ ਡਿਸਕਸ਼ਨ ਕਰਨ ਜਾ ਰਹੇ ਹਾਂ। ਮੋਸਟ ਇੰਪੋਰਟੈਂਟ ਹਨ, ਹਰ ਐਗਜ਼ਾਮ ਵਿੱਚ ਰਿਪੀਟ ਹੁੰਦੇ ਹਨ, ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਵਿਸ਼ਵ ਦੀ ਸਭ ਤੋਂ ਲੰਮੀ ਨਦੀ, ਵਿਸ਼ਵ ਦੀ ਸਭ ਤੋਂ
लंबी नदी, ठीक है, विश्व की सब तो लंबी नदी, ठीक है जी। ये किहड़ी नदी है जी? ये है जी नील, नील नदी, ठीक है। इस तो इलावा तुहानूं पता होना चाहिए विश्व की सब तो लंबी पर्वत श्रृंखला, लंबी पर्वत श्रृंखला, ठीक है जी। ये किहड़ी है जी? ये एंडीज, एंडीज पर्वत, एंडीज पर्वत, ठीक है। इस तो इलावा तुहानूं पता होना चाहिए सब तो लंबी सीमा वाला देश, सब तो लंबी सीमा वाला देश, ये किहड़ा देश है जी? ये है जी कनाडा, ठीक है। ये किहड़ा देश है जी? ये है जी कैनेडा, जिथे तुहाडा सारा जान का सुपना है, ये कैनेडा है, ठीक है जी। इस तो इलावा विश्व का सब तो लंबा प्लेटफॉर्म, विश्व का सब तो लंबा प्लेटफॉर्म, ये इंडिया के विच है जी, इस करके इंपोर्टेंट बनता है हुबली कर्नाटक विच, हुबली कर्नाटक में, ठीक है। विश्व की सब तो लंबी नदी नील है जी, विश्व की सब तो वड्डी पर्वत श्रृंखला एंडीज पर्वत है जी, सब तो लंबी सीमा वाला देश कनेडा है जी, विश्व का सब तो लंबा प्लेटफॉर्म हुबली कर्नाटका है जी, ठीक है। इंपोर्टेंट है, याद रखना। सो सकराई पहल की शुरुआत भारत के द्वारा की गई है। प्रश्न नंबर 3 है जी, किस देश ने जलवायु परिवर्तन नाल निपटन लई हरी पहल ग्रीन इनीशिएटिव की शुरुआत की है? ठीक है जी, USA ने, सऊदी अरब ने, UK ने, या फिर कोई नहीं, ठीक है। जेकर तुहानू इसका आंसर पता है जरूर कमेंट सैक्शन में दसो जी। इसका राइट आंसर है जी सऊदी अरबिया। सऊदी अरबिया ने जी ग्रीन इनीशिएटिव पहल, हरी पहल शुरू की हैगी, ठीक है। सो ये पहल शुरू की है जी सऊदी अरबिया ने, ठीक है। सो उन्होंने इस पहल के अंडर पूरे सऊदी अरब विच 10 लाख ट्री लगाने ने, 10 लाख रुख लगाने ने, ठीक है। सो 2030 तक उन्होंने जी नवी ऊर्जा विकसित करनी है, ठीक है। ये उन्होंने जोड़ा मेन उन्होंने, ठीक है, टारगेट हैगा। इस तो इलावा तुहानू पता होनी चाहिए, गल हो रही है सऊदी अरब की, ठीक है। सऊदी अरब की कैपिटल की है जी? सऊदी अरब की कैपिटल है रियाद, ठीक है। इत्थों की करंसी की है जी? इत्थों की करंसी की है जी? इत्थों की करंसी है जी सऊदी रियाल, सऊदी रियाल। इस तो इलावा तुहानू पता होना चाहिए इत्थों के जोड़े प्राइम मिनिस्टर हैं, PM प्राइम मिनिस्टर कौन हैं जी? वो हैं जी मुहम्मद बिन सलमान, मुहम्मद बिन सलमान, ठीक है। ये भी तुहानू पता होना चाहिए है। इस तो इलावा सऊदी अरब ने पहली बार, सऊदी अरब ने पहली बार सैना विच महिलावां नूं भी शामिल किया है। सऊदी अरब ने पहली बार सैना विच महिलावां नूं भी शामिल किया है। सो ग्रीन पहल की शुरुआत की है सऊदी अरब ने, कैपिटल है रियाद, ठीक है। करंसी है सऊदी रियाल, प्राइम मिनिस्टर ने मुहम्मद बिन सलमान एंड सैना विच जिहड़ा शुरुआत की है महिलावां की, वो की है पहली बार सऊदी अरबिया ने, ठीक है जी। प्रश्न नंबर 4 है, किस राज के बिलाचौरी ਦੇ बने प्रसिद्ध मिट्टी के खिडौणिਆਂ ਨੂੰ ਭੂਗੋਲਿਕ टैग GI टैग ਜਿਹੜਾ प्रदान किया गया है? ਭੂਗੋਲਿਕ टैग की ਹੁੰਦਾ ਜਿਹੜੀ किसी भी स्टेट की सब तो पॉपूलर ਜਿਹੜੀ ਉੱਥੋਂ ਦੀ थिंग ਹੁੰਦੀ है, ठीक है, कुछ भी हो सकता है। सो ये पॉपूलर ਜਿਹੜੇ खिडौने ने किस राज के ने, ठीक है, जिन्होंने GI टैग मिले है? तमिलनाडु के, गोवा के, केरला के, या फिर कोई नहीं, ठीक है। जेकर तुहानू आंसर पता है कमेंट सैक्शन में दसो जी। इसका राइट आंसर है तमिलनाडु के, ठीक है। तमिलनाडु के जोड़े ये खिडौने ने जिन्होंने GI टैग मिले है, ठीक है जी। सो हुण गल तमिलनाडु की हो रही है। तमिलनाडु के जोड़े इत्थे मन के चल भी इत्थों के राजपाल हैं, वो हैं जी बनवारी लाल पुरोहित, ठीक है, बनवारी लाल पुरोहित। इस तो इलावा इत्थों दी जिहड़ियां लोक सभा सीटां हैं, लोक सभा सीटां हैं 39, राज सभा सीटां हैं 18, ठीक है जी। ये इंपोर्टेंट फैक्ट ने। इस तो इलावा करंट का जिहड़ा फैक्ट बनता है औला ने विश्व का सब तो वड्डा स्कूटर कारखाना भी तमिलनाडु के विच खोलिया गया। विश्व का सब तो वड्डा, विश्व का सब तो वड्डा, विश्व का सब तो वड्डा जिहड़ा स्कूटर कारखाना है, ये भी तमिलनाडु के विच खोलिया गया। नैक्सट प्रश्न है जी, प्रश्न नंबर 5, बजाज आटो कंपनी के नवे चेयरमैन कौन बने हैं? बजाज आटो कंपनी के नवे चेयरमैन कौन बने हैं? अरविंद कृष्णा, नीरज बजाज, सत्या नडेला, या फिर कोई नहीं। सो इसका राइट आंसर है जी नीरज बजाज, ठीक है। नीरज बजाज बजाज आटो कंपनी के नवे चेयरमैन बने हैं। सो हुण तुहानू पता होना चाहिए जी बजाज आटो कंपनी, बजाज आटो कंपनी
ਇਹ ਕਿੰਨੇ ਵਿੱਚ ਬਣੀ ਸੀ ਜੀ 1945 ਵਿੱਚ। ਠੀਕ ਹੈ, ਇਸ ਦਾ ਹੈੱਡਕੁਆਟਰ ਕਿੱਥੇ ਜੀ? ਹੈੱਡਕੁਆਟਰ ਹੈ ਪੂਨੇ ਮਹਾਰਾਸ਼ਟਰ ਵਿੱਚ। ਠੀਕ ਹੈ ਜੀ, ਇਹਦੇ ਜਿਹੜੇ ਅਧਿਅਕਸ਼ ਨੇ ਨਵੇਂ ਜਿਹੜੇ ਚੇਅਰਮੈਨ ਨੇ ਉਹ ਬਣੇ ਨੇ ਜੀ ਨੀਰਜ ਬਜਾਜ। ਨੈਕਸਟ ਪ੍ਰਸ਼ਨ ਹੈ ਪ੍ਰਸ਼ਨ ਨੰਬਰ 6, ਕਿਸ ਦੇਸ਼ ਨੇ 2049 ਤੱਕ ਕੋਇਲਾ ਉਤਪਾਦਨ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ? ਇੰਪੋਰਟੈਂਟ ਪ੍ਰਸ਼ਨ ਹੈ ਜੀ। ਪੋਲੈਂਡ ਨੇ, ਬ੍ਰਿਟੇਨ ਨੇ, ਫਿਨਲੈਂਡ ਨੇ ਜਾਂ ਫਿਰ ਕੋਈ ਨਹੀਂ? ਇਸ ਦਾ ਰਾਈਟ ਆਂਸਰ ਹੈ ਜੀ ਪੋਲੈਂਡ ਨੇ। ਪੋਲੈਂਡ ਨੇ 2049 ਤੱਕ ਕੋਇਲਾ ਉਤਪਾਦਨ ਨੂੰ ਬਿਲਕੁਲ ਬੰਦ ਕਰਨ ਦੀ ਜਿਹੜੀ ਘੋਸ਼ਣਾ ਕਰ ਦਿੱਤੀ ਗਈ ਹੈ। ਠੀਕ ਹੈ ਜੀ, ਸੋ ਇਹ 2049 ਤੱਕ ਕੋਇਲਾ ਉਤਪਾਦਨ ਨੂੰ ਬਿਲਕੁਲ ਬੰਦ ਕਰ ਦੇਵੇਗਾ। ਠੀਕ ਹੈ, ਪ੍ਰਸ਼ਨ ਨੰਬਰ 7 ਹੈ ਜੀ, ਐਕਸਿਸ ਬੈਂਕ ਦੇ MD ਐਂਡ CEO ਕੌਣ ਬਣੇ ਹਨ? ਐਕਸਿਸ ਬੈਂਕ ਦੇ MD ਐਂਡ CEO ਕੌਣ ਬਣੇ ਹਨ? ਅਮਿਤਾਭ ਚੌਧਰੀ, ਅਤੁਲ ਕੁਮਾਰ, ਸੰਜੀਵ ਚੱਡਾ ਜਾਂ ਫਿਰ ਕੋਈ ਨਹੀਂ? ਇਸ ਦਾ ਰਾਈਟ ਆਂਸਰ ਹੈ ਜੀ ਅਮਿਤਾਭ ਚੌਧਰੀ। ਠੀਕ ਹੈ, ਅਮਿਤਾਭ ਚੌਧਰੀ ਐਕਸਿਸ ਬੈਂਕ ਦੇ ਨਵੇਂ MD ਐਂਡ CEO ਬਣੇ ਹਨ। ਸੋ ਹੁਣ ਤੁਹਾਨੂੰ ਐਕਸਿਸ ਬੈਂਕ ਦਾ ਹੈੱਡਕੁਆਟਰ ਪਤਾ ਹੋਣਾ ਚਾਹੀਦਾ, ਇਹ ਹੈ ਜੀ ਮੁੰਬਈ ਵਿਖੇ। ਠੀਕ ਹੈ, ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਬੈਂਕ ਕਿੰਨੇ ਵਿੱਚ ਬਣੀ ਸੀ? ਇਹ ਬੈਂਕ ਬਣੀ ਸੀ ਜੀ 1993 ਵਿੱਚ। MD ਐਂਡ CEO ਇਸ ਦੇ ਅਮਿਤਾਭ ਚੌਧਰੀ ਬਣੇ ਹਨ। ਨੈਕਸਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 8, ਦਾ ਕਰੋਨਾ ਵਾਰੀਅਰਸ ਸਕੀਮ ਕਿਸ ਰਾਜ ਨੇ ਸ਼ੁਰੂ ਕੀਤੀ ਹੈ? ਦਾ ਕਰੋਨਾ ਵਾਰੀਅਰਸ ਸਕੀਮ ਕਿਸ ਰਾਜ ਨੇ ਸ਼ੁਰੂ ਕੀਤੀ ਹੈ? MP ਨੇ, UP ਨੇ, ਪੰਜਾਬ ਨੇ ਜਾਂ ਫਿਰ ਕੋਈ ਨਹੀਂ? ਜੇਕਰ ਤੁਹਾਨੂੰ ਆਨਸਰ ਪਤਾ ਹੈਗਾ ਜ਼ਰੂਰ ਦੱਸੋ ਜੀ ਕਮੈਂਟ ਸੈਕਸ਼ਨ ਵਿੱਚ। ਇਸ ਦਾ ਰਾਈਟ ਆਨਸਰ ਹੈ ਜੀ MP ਨੇ। ਦਾ ਕਰੋਨਾ ਵਾਰੀਅਰ ਸਕੀਮ ਮੱਧ ਪ੍ਰਦੇਸ਼ ਨੇ ਸਟਾਰਟ ਕੀਤੀ ਹੈ। ਠੀਕ ਹੈ ਜੀ, ਸੋ ਕਰੋਨਾ ਦੇ ਜਿਹੜੇ ਲਗਾਤਾਰ ਕੰਟੀਨਿਊ ਕੇਸ ਬਣ ਰਹੇ ਹਨ, ਠੀਕ ਹੈ, ਉਹਨਾਂ ਨਾਲ ਨਿਪਟਣ ਦੇ ਲਈ ਦਾ ਕਰੋਨਾ ਵਾਰੀਅਰ ਸਕੀਮ ਮੱਧ ਪ੍ਰਦੇਸ਼ ਰਾਜ ਦੁਆਰਾ ਸ਼ੁਰੂ ਕੀਤੀ ਗਈ ਹੈ। ਸੋ ਨੈਕਸਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 9, ਇੰਟਰਨੈਸ਼ਨਲ ਲੇਬਰ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ? 2 ਮਈ ਨੂੰ, 1 ਮਈ ਨੂੰ, 30 ਅਪ੍ਰੈਲ ਨੂੰ ਜਾਂ ਫਿਰ ਕੋਈ ਨਹੀਂ? ਜੇਕਰ ਤੁਹਾਨੂੰ ਪਤਾ ਹੈ ਜੀ ਆਨਸਰ ਦੱਸੋ ਜ਼ਰੂਰ ਕਮੈਂਟ ਸੈਕਸ਼ਨ ਵਿੱਚ। ਇਸ ਦਾ ਰਾਈਟ ਆਨਸਰ ਹੈ ਜੀ 1 ਮਈ ਨੂੰ। ਇੰਟਰਨੈਸ਼ਨਲ ਲੇਬਰ ਡੇ 1 ਮਈ ਨੂੰ ਮਨਾਇਆ ਜਾਂਦਾ ਹੈ। ਸੋ ਹੁਣ ਗੱਲ ਹੋ ਰਹੀ ਹੈ ਜੀ ਇੰਟਰਨੈਸ਼ਨਲ ਲੇਬਰ ਸੰਗਠਨ ਦੀ IOL ਦੀ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਹੈ ਜੀ ਜਨੇਵਾ ਦੇ ਵਿੱਚ। ਜਨੇਵਾ ਕਿੱਥੇ ਹੈ? ਸਵਿਟਜ਼ਰਲੈਂਡ ਵਿੱਚ। ਠੀਕ ਹੈ ਜੀ, ਸੋ ਇਹ ILO ਇੰਟਰਨੈਸ਼ਨਲ ਲੇਬਰ ਫੈਡਰੇਸ਼ਨ ਜਿਹੜੀ ਬਣੀ ਸੀ ਇਹ ਕਦੋਂ ਬਣੀ ਸੀ ਜੀ 1919 ਵਿੱਚ। ਠੀਕ ਹੈ, ਇਹ ਇੰਪੋਰਟੈਂਟ ਫੈਕਟਸ ਵੀ ਤੁਹਾਡੇ ਯਾਦ ਹੋਣੇ ਚਾਹੀਦੇ ਹਨ। ਸੋ ਨੈਕਸਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 10, ਹਾਲ ਦੇ ਵਿੱਚ ਕਿਸ ਦੇਸ਼ ਨੇ COVID-19 ਦੇ 4 ਲੱਖ ਮੌਤ ਦੇ ਕੇਸ ਦਰਜ ਕੀਤੇ ਹਨ, ਜੋ ਕਿ 4 ਲੱਖ ਮੌਤ ਕੇਸ ਦਰਜ ਕਰਨ ਵਾਲਾ ਦੂਸਰਾ ਦੇਸ਼ ਬਣ ਗਿਆ ਹੈ? ਠੀਕ ਹੈ, ਮਤਲਬ ਇੱਕ ਅਜਿਹਾ ਦੇਸ਼ ਹੈਗਾ ਇਹਨਾਂ 4 ਆਪਸ਼ਨ ਵਿੱਚ ਜਿਸ ਨੇ 4 ਲੱਖ ਕਰੋਨਾ ਦੇ ਕੇਸ ਮੌਤਾਂ ਹੋ ਚੁੱਕੀਆਂ ਹਨ। ਠੀਕ ਹੈ, ਦਰਜ ਹੋ ਗਈਆਂ ਨੇ। ਸੋ ਉਹ ਸੈਕੰਡ ਕੰਟਰੀ ਬਣ ਗਿਆਗਾ। ਠੀਕ ਹੈ, ਸੋ ਇਹ ਦੇਸ਼ ਕਿਹੜਾ ਹੈ ਤੁਸੀਂ ਦੱਸੋ ਜੀ ਕਮੈਂਟ ਸੈਕਸ਼ਨ ਵਿੱਚ। ਇਟਲੀ, ਬ੍ਰਾਜ਼ੀਲ, ਇੰਡੀਆ ਜਾਂ ਫਿਰ ਕੋਈ ਨਹੀਂ? ਇਸ ਦਾ ਰਾਈਟ ਆਨਸਰ ਹੈ ਜੀ ਬ੍ਰਾਜ਼ੀਲ। ਠੀਕ ਹੈ, ਬ੍ਰਾਜ਼ੀਲ ਦੇ ਵਿੱਚ 4 ਲੱਖ ਜਿਹੜੀ ਮੌਤ ਦਰ ਕਰੋਨਾ ਦੇ ਕਰਕੇ ਹੋ ਚੁੱਕੀ ਹੈਗੀ। ਠੀਕ ਹੈ ਜੀ, ਸੋ ਇੰਪੋਰਟੈਂਟ ਪ੍ਰਸ਼ਨ ਬਣਦਾ ਹੈਗਾ ਕਿਉਂਕਿ ਕਰੋਨਾ ਰਿਲੇਟਡ ਜਿੰਨੇ ਵੀ ਪ੍ਰਸ਼ਨ ਹਨ ਆਲ ਇੰਪੋਰਟੈਂਟ ਹਨ। ਸੋ ਨੈਕਸਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 11, ਹਾਲ ਦੇ ਵਿੱਚ ਕਿਸ ਦੇਸ਼ ਦੇ ਧਾਰਮਿਕ ਉਤਸਵ ਲਾਗਮੀ ਉਮਾਰ ਵਿੱਚ 44 ਲੋਕਾਂ ਦੀ ਮੌਤ ਹੋਈ ਹੈ? ਇਹ ਕਿਸ ਦੇਸ਼ ਦਾ ਧਾਰਮਿਕ ਉਤਸਵ ਸੀਗਾ? USA ਦਾ, ਇਜ਼ਰਾਈਲ ਦਾ, ਜਾਪਾਨ ਦਾ ਜਾਂ ਫਿਰ ਕੋਈ ਨਹੀਂ? ਜੇਕਰ ਤੁਹਾਨੂੰ ਪਤਾ ਹੈ ਜੀ ਆਨਸਰ ਦੱਸੋ। ਇਸ ਦਾ ਰਾਈਟ ਆਨਸਰ ਹੈ ਜੀ ਇਜ਼ਰਾਈਲ। ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਹੈਗਾ। ਠੀਕ ਹੈ, ਇਜ਼ਰਾਈਲ ਦਾ ਜਿਹੜਾ ਧਾਰਮਿਕ ਮਹਾ ਉਤਸਵ ਸੀਗਾ ਜਿਸ ਦੇ ਵਿੱਚ ਜਿਹੜੇ 44 ਲੋਕਾਂ ਦੀ ਡੈਥ ਹੋ ਚੁੱਕੀ ਹੈ। ਨੈਕਸਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 12, ਹਾਲ ਦੇ ਵਿੱਚ ਕਿਸ ਦੇਸ਼ ਨੇ ਸ਼ਕਤੀਸ਼ਾਲੀ ਮੌਸਮ ਪੂਰਵ ਅਨੁਮਾਨ ਸੁਪਰ ਕੰਪਿਊਟਰ ਬਣਾਉਣ ਦੀ ਘੋਸ਼ਣਾ ਕੀਤੀ ਹੈ? ਠੀਕ ਹੈ, ਇੰਪੋਰਟੈਂਟ ਪ੍ਰਸ਼ਨ ਹੈਗਾ ਜੀ। ਕੰਪਿਊਟਰ ਸਬਜੈਕਟ ਜਿਸ ਵੀ ਐਗਜ਼ਾਮ ਵਿੱਚ ਆਵੇਗਾ ਉਸ ਵਿੱਚ ਵੀ ਪੁੱਛਿਆ ਜਾ ਸਕਦਾ ਹੈ। ਮੌਸਮ ਪੂਰਵ ਅਨੁਮਾਨ ਸੁਪਰ ਕੰਪਿਊਟਰ ਬਣਾਉਣ ਦੀ ਘੋਸ਼ਣਾ ਕਿਸ ਦੇਸ਼ ਨੇ ਕੀਤੀ ਹੈ ਜੀ? ਬ੍ਰਿਟੇਨ ਨੇ, ਇਟਲੀ ਨੇ, ਚਾਈਨਾ ਨੇ ਜਾਂ ਫਿਰ ਕੋਈ ਨਹੀਂ?
सो इसका राइट आंसर है जी ब्रिटेन ने, ठीक है। ऑप्शन नंबर ए बिल्कुल राइट आंसर हैगा। कल वारी क्लास में आपां कीता सीगा ड्राइवरलैस ਜਿਹੜੀਆਂ रोड ਤੇ ਚੱਲਦੀਆਂ ਕਾਰਸ ਉਹਨਾਂ ਨੂੰ रोड ਤੇ ਚੱਲਣ ਦੀ ਜਿਹੜੀ ਕਾਨੂੰਨੀ ਮਾਨਤਾ ਮਿਲ ਗਈ ਹੈ, ਇਹ ਕਿੱਥੇ ਮਿਲੀ ਹੈ ਜੀ? ਇਹ ਵੀ ਬ੍ਰਿਟੇਨ ਦੇ ਵਿੱਚ ਮਿਲੀ ਹੈ, ਠੀਕ ਹੈ। ਇਸ ਤਰ੍ਹਾਂ ਤੁਸੀਂ ਜਿਹੜੇ ਵੀ ਪ੍ਰਸ਼ਨ ਹੁੰਦੇ ਨੇ ਇੱਕ ਦੂਜੇ ਨਾਲ ਜੋੜ ਕੇ ਯਾਦ ਕਰਿਆ ਕਰੋ, ਜਲਦੀ ਯਾਦ ਹੁੰਦੇ ਨੇ। ਨੈਕਸਟ ਪ੍ਰਸ਼ਨ ਹੈ ਜੀ, ਹਾਲ ਦੇ ਵਿੱਚ ਕਿਸ ਦੇਸ਼ ਦੀ ਬੋਇੰਗ ਕੰਪਨੀ ਨੇ ਭਾਰਤ ਨੂੰ 10 ਮਿਲੀਅਨ ਡਾਲਰ ਆਪਾਤਕਾਲੀਨ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ है? ये किस देश ने की है जी? चाइना ने, जापान ने, USA ने या फिर कोई नहीं? सो इसका राइट आंसर है जी USA की कंपनी हैगी। ये किहड़ी कंपनी जी? बोइंग कंपनी, ठीक है। इसने भारत को 10 मिलियन डॉलर आपातकालीन सहायता देने की घोषणा की है। सो गल हो रही है जी USA की। USA की कैपिटल की है जी? वाशिंगटन DC, ठीक है। इस तो इलावा करंसी है जी अमेरिकी डॉलर, इतों की करंसी हैगी, ठीक है। इत्थों के जोड़े प्रेजिडेंट बने हैं 46वें प्रेजिडेंट बने हैं जो बाइडन, ठीक है। 46वें प्रेजिडेंट जोड़े बने हैं वो बने हैं जी जो बाइडन। इस तो इलावा इत्थों के जोड़े उप राष्ट्रपति बने हैं उप राष्ट्रपति, ठीक है। ये कौन बने हैं जी? ये बने हैं कमला हैरिस, ठीक है। ये उप जोड़े प्रेजिडेंट बने हैं, ठीक है। सो इत्थों की जी स्पेस एजेंसी हैगी उसका नाम है नासा, ठीक है। ये भी याद रखना। सो नैक्सट प्रश्न है जी प्रश्न नंबर 14 इंपॉर्टेंट प्रश्न है क्योंकि पंजाब का प्रश्न है। ये हाल दे विच पंजाब सरकार ने आशीर्वाद योजना तहत 21,000 रुपये तो बढ़ा के किन्ने रुपये करने का फैसला किया है? 31,000, 51,000, 41,000 या फिर कोई नहीं? सो इसका राइट आंसर है 51,000। ऑप्शन नंबर बी बिल्कुल राइट आंसर है, ठीक है। जी पहले आप सगन स्कीम के नाम नाल जानते सी उसनों आशीर्वाद योजना कहा जाता है, जिसकी राशि 21,000 तो बढ़ा के 51,000 कर दी गई है। सो गल हुण पंजाब की हो रही है। पंजाब दी लोक सभा सीटां 13 हैं, राज सभा सीटां 8 हैं, ठीक है। सो राज सभा सीटां मे भी 7 है, ठीक है। इसमें चेक कर लेना। इस तो इलावा इत्थों की जी कैपिटल है वो है जी चंडीगढ़, ठीक है। एंड इत्थों के मुख्यमंत्री हैं कैप्टन अमरिंदर सिंह, गवर्नर हैं BP सिंह बदनौर ने गवर्नर, ठीक है। इस तो इलावा जिहड़ियां 5 नदियां का संगम जिहड़ा हुंदा हैगा, सो इस दे विचों जिहड़ियां रावी, ब्यास, सतलुज ये अज दा जिहड़ा इंडियन पंजाब है इस दे विच वहिंदियां हन, ठीक है। करंट का की बनता इत्थों प्रश्न? करंट का ये प्रश्न बनता हैगा, ठीक है। इत्थे जिहड़ा 3 कृषि कानून लागू हुए सी, 3 खेती कानून लागू हुए सी, उन्हां दे विरुद्ध सब तो पहला बिल पास करने वाला राज किहड़ा बनिया जी? ये बनेगा पंजाब, ठीक है। ये भी याद रखना। नैक्सट प्रश्न है जी प्रश्न नंबर 15 हाल दे विच किस देश ने भारत नूं सब तो वड्डा ऑक्सीजन यंत्र भेजण दी योजना बनाई है? किस देश ने बनाई है जी? ब्रिटेन ने, स्वीडन ने, जर्मनी ने या फिर कोई नहीं? सो इसका राइट आंसर है जी जर्मनी। ऑप्शन नंबर सी बिल्कुल राइट आंसर है, क्योंकि जिस तरह तुहानूं पता है कि कोविड-19 करके जी ऑक्सीजन की दिक्कत जी ज़्यादा आ गई सी, प्रॉब्लम आ गई सी इंडिया के विच। सो जर्मनी ने इंडिया नूं सब तो वड्डा ऑक्सीजन यंत्र भेजण की योजना बनाई है, ठीक है जी। सो मई मंथ के मोस्ट इंपोर्टेंट 15 MCQ तुहाडे नाल डिस्कशन करे हैं। सो जेकर तुहानूं ये क्लासेस कंटिन्यू चाहिए हैं, प्लीज़ क्लास नूं सबसक्राइब शेयर जरूर कर दिया करो जी, ठीक है। अपने फ्रेंड सर्कल, रिलेटिव सर्कल। जेकर क्लास वधिया लगी कमेंट सैक्शन में जरूर दस्सिओ। थैंक्स फॉर वॉचिंग, टेक केयर।